आज आप नवा टॉपिक शुरू करने लगे हैं सॉलिड एंड सेमीकंडक्टर डिवाइसेस एंड उसका फर्स्ट लेक्चर है सेमीकंडक्टर इलेक्ट्रॉनिक शुरू होने लगी है मतलब सेमीकंडक्टर्स की होंगे है सेमीकंडक्टर्स whose conductivity lies between conductors and insulators ਕੰਡਕਟਰਸ ਐਂਡ ਇਨਸੂਲੇਟਰਸ ਕੰਡਕਟਰ ਨੂੰ ਸਟੱਡੀ ਇਨ ਸੈਮੀਕੰਡਕਟਰ ਨੂੰ ਸਟੱਡੀ ਕਰਨ ਤੋਂ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਇਸ ਚਾਹੀਆਂ ਸੀ ਵੈਕਿਊਮ ਟਿਊਬਸ ਹੁਣ ਆਪਾਂ ਸਭ ਤੋਂ ਪਹਿਲਾਂ ਇਸ ਦੀ ਵੈਕਿਊਮ ਟਿਊਬਸ ਦੇਖਣੀਆਂ ਨੇ ਇਹ ਚ ਕੀ ਹੁੰਦਾ ਹੈ ਐਨੋਡ ਤੇ ਕੈਥੋਡ ਦੇ ਵਿਚਕਾਰ ਵੈਕਿਊਮ ਕ੍ਰੀਏਟ ਹੋਇਆ ਹੋਇਆ ਹੈ ਹੀਟਰ ਲਾਉਂਦੇ ਆ ਇਲੈਕਟ੍ਰੋਨ ਕੈਥੋਡ ਤੋਂ ਐਕਸਾਈਟ ਕਰਦੇ ਆ and that can be controlled by varying the voltage between the cathode and anode ਇਹਦੇ ਵਿਚਕਾਰ ਜਿਹੜੀ ਵੋਲਟੇਜ ਹੈ ਉਸ ਨੂੰ ਵੇਰੀ ਕਰਕੇ ਅਸੀਂ ਕੀ ਕਰ ਸਕਦੇ ਹਾਂ नंबर ऑफ इलेक्ट्रॉन्स ਨੂੰ कंट्रोल कर सकते हैं दूसरी गल है इलेक्ट्रॉन ਜਿਹੜੇ ਨੇ ਇੱਕੋ ਹੀ डायरेक्शन ਚ फ्लो कर सकते हैं that is from cathode to anode through valves vacuum is created between the electrons that can collide with air molecules electron air molecules ਨਾਲ collide ਕਰਦੇ ਹੈ and lose its energy ਤੇ ਆਪਣੀ એનર્ਜੀ ਨੂੰ loss ਕਰ ਲੈਂਦੇ ਇਹਦੇ ਜਿਹੜਾ ਮਟੀਰੀਅਲ ਜਿਹੜੇ ਵੈਕਿਊਮ ਟਿਊਬ ਸੀਗੀਆਂ ਇਹਦੇ ਬੜੇ ਡਿਸਐਡਵਾਂਟੇजेस ਸੀਗੇ ਇਹਦਾ ਇੱਕ ਐਡਵਾਂਟੇਜ ਸੀ ਕਿ ਬਲਕੀ ਸਾਈਜ਼ ਸੀਗੀਆਂ ਵੈਕਿਊਮ ਕ੍ਰੀਏਟ ਕਰਨ 'ਚ ਬੜੀ ਪ੍ਰੋਬਲਮ ਸੀਗੀ ਆਪਰੇਸ਼ਨ ਜਿਹੜਾ ਸੀ ਬੜੀ ਹਾਈ ਪਾਵਰ ਤੇ ਹੁੰਦਾ ਸੀਗਾ ਹਾਈ ਵੋਲਟੇਜ ਚਾਹੀਦੀ ਹੁੰਦੀ ਸੀ ਲਾਈਫ ਬੜੀ ਥੋੜੀ ਸੀ ਔਰ ਰਿਲਾਇਬਿਲਿਟੀ ਬਹੁਤ ਘੱਟ ਸੀ ਇਹਨਾਂ ਕਾਰਨਾਂ ਦੇ ਕਰਕੇ ਸਾਨੂੰ ਸੈਮੀਕੰਡਕਟਰ ਦੀ ਲੋੜ ਪਈ ਜਿਹੜੇ ਸੈਮੀਕੰਡਕਟਰ ਸੀਗੇ ਉਹਨਾਂ ਦਾ ਸਾਈਜ਼ ਬੜਾ ਛੋਟਾ ਹੈ ਔਰ कोई वैक्यूम क्रिएट नहीं करना पैंदा लो पावर ते कम करते हैं लो वोल्टेज चाहिए है लाइफ ज्यादा है और रिलायबिलिटी ज्यादा है फिर जनरली बेसिक डिफरेंस कंडक्टर सेमीकंडक्टर ते इंसुलेटर की है कि जो रजिस्टिविटी है यूनिट्स ने ओम मीटर कंडक्टर के केस जी रजिस्टिविटी है 10⁻² तो लैके 10⁻8 तक है और जी सिग्मा कंडक्टिविटी हैगी है ਉਹ ਹੈਗੀ ਹੈ 10⁻² ਤੋਂ ਲੈ ਕੇ 10⁻8 ਤੱਕ ਸੈਮੀਕੰਡਕਟਰ ਦੇ ਵਿੱਚ ਰੈਜ਼ਿਸਟਿਵਿਟੀ 10⁻5 ਤੋਂ 10⁻6 ਤੱਕ ਹੈ ਯਾਨੀ ਕਿ ਇਹ 10⁻5 ਤੋਂ ਲੈ ਕੇ 10⁻6 ਤੱਕ ਹੈ ਇਨਸੂਲੇਟਰ ਦੇ ਕੇਸ ਜਿਹੜੀ ਕੰਡਕਟਿਵਿਟੀ ਆ ਬਹੁਤ ਘੱਟ ਹੈ ਇਹ ਹੈਗੀ ਹੈ 10⁻11 ਤੋਂ ਲੈ ਕੇ 10⁻19 ਤੱਕ ਕਿਉਂਕਿ ਰੋ ਹੈ ਜਿਹੜਾ ਸਿਗਮਾ ਜਾਂ ਰੋ ਜਾਂ ਸਿਗਮਾ ਹੈਗਾ ਉਹ 1/ρ ਦੇ ਬਰਾਬਰ ਹੈ मैं 1/ρ ਕੀਤਾ ਇਹ ਬੇਸਿਕ ਡਿਫਰੈਂਸ ਹੈ ਕੰਡਕਟਰ ਦਾ ਸੈਮੀਕੰਡਕਟਰ ਦਾ ਤੇ ਇਨਸੂਲੇਟਰ ਦਾ ਹੁਣ ਸਾਡੇ ਕੋਲੇ ਇੰਨੇ ਵਧੀਆ ਕੰਡਕਟਰ ਹੈ ਜਿਵੇਂ ਸਿਲਵਰ ਹੈ ਫਿਰ ਵੀ ਅਸੀਂ ਵਾਈ ਵੀ ਸਟੱਡੀ ਸੈਮੀਕੰਡਕਟਰਸ ਕੁਐਸਚਨ ਹੈ ਵਾਈ ਵੀ ਸਟੱਡੀ ਸੈਮੀਕੰਡਕਟਰਸ ਸੈਮੀਕੰਡਕਟਰ ਕਿਉਂਕਿ ਇਸ ਜਿਹੜਾ ਕਰੰਟ ਹੈ ਫਲੋਜ਼ ਇਨ ਵਨ ਡਾਇਰੈਕਸ਼ਨ and here we have a control on the conductivity here we have a control on the conductivity ਅਸੀਂ ਆਪਣੇ ਤਰੀਕੇ ਦੇ ਨਾਲ ਕੰਡਕਟਿਵਿਟੀ ਨੂੰ ਵਧਾ ਜਾਂ ਘਟਾ ਸਕਦੇ ਹਾਂ ਚਾਰਜ ਕੈਰੀਅਰ ਜਨਰੇਟ ਕਰਕੇ ਇਹ ਆਪਾਂ ਚੀਜ਼ ਡਿਟੇਲ 'ਚ ਪੜਾਂਗੇ ਔਰ ਕਰੰਟ ਫਲੋਜ਼ ਇਨ ਵਨ ਡਾਇਰੈਕਸ਼ਨ in one direction ਪਰ ਇਸ ਚੀਜ਼ ਨੂੰ ਡਿਟੇਲ ਸਟੱਡੀ ਕਰਨ ਤੋਂ ਪਹਿਲਾਂ ਸਾਡੇ ਕੋਲ ਆਉਂਦੇ ਆ એનર્ਜੀ ਬੈਂਡ ਕੀ ਹੁੰਦੇ ਆ એનર્ਜੀ ਬੈਂਡ ਹੁਣ ਸਪੋਜ਼ ਕਰ ਲਓ ਵੀ ਸਾਡੇ ਕੋਲੇ ਸੋਡੀਅਮ ਸਪੋਜ਼ ਕਰ ਲਓ ਆ ਮੈਂ ਇੰਨਾ ਸਪੇਸ ਆ ਜਿਹੜੀ ਤੁਸੀਂ ਫੋਟੋ ਲੈ ਲਓ ਲਿਖ ਲਓ ਮੈਂ ਇਹਨੂੰ ਰਬ ਕਰਨ ਲੱਗੇ ਹੁਣ ਸਾਡੇ ਕੋਲੇ ਜਿਵੇਂ ਆਈਸੋਲੇਟਡ ਸਿਸਟਮ ਹੁੰਦਾ ਹੈ ਆਈਸੋਲੇਟਡ ਸਿਸਟਮ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਜਿਵੇਂ ਸੋਡੀਅਮ ਹੀ ਲੈ ਲਈਏ ਸੋਡੀਅਮ ਦੇ ਕੇਸ ਦੇ ਵਿੱਚ ਸਾਡੇ ਕੋਲੇ 1s2 2s2 2p6 3s1 ਇਹੀ ਹੁੰਦੇ ਮੀਨਜ਼ 1s ਪੂਰਾ ਭਰਿਆ ਹੋਇਆ ਹੈ 2s ਭਰਿਆ ਹੋਇਆ ਹੈ 2p6 ਭਰਿਆ ਹੋਇਆ ਹੈ 3s ਦਾ ਅੱਧਾ ਖਾਲੀ ਹੈ ਤੇ ਅੱਧਾ ਭਰਿਆ ਹੋਇਆ ਕਿਉਂਕਿ this shell can accommodate at the maximum 2 electrons that are of opposite spin ਹੁਣ ਜਦੋਂ ਸਿੰਗਲ ਐਟਮ ਹੈ ਉਦੋਂ ਤੁਸੀਂ ਇਸ ਤਰ੍ਹਾਂ ਸਿੱਧਾ ਕਰਕੇ ਬਣਾ ਲਓਗੇ 1s 2s 2p3 ਪਰ ਜਦੋਂ ਇਹਦਾ ਸੋਡੀਅਮ ਦਾ ਕ੍ਰਿਸਟਲ ਬਣ ਜਾਂਦਾ ਹੈ ਸਪੋਜ਼ ਕਰ ਲਓ ਆ ਸਾਡਾ ਇਹ ਸੀਗਾ ਨਿਊਕਲੀਅਸ ਹੈ ਇਹਦਾ ਜਿਹੜਾ ਬਾਹਰਲਾ ਇਲੈਕਟ੍ਰੋਨ ਹੈ ਜਿਹੜਾ ਦੂਸਰਾ ਕ੍ਰਿਸਟਲ ਬਣੂਗਾ
ਹੁਣ ਉਹਦੇ ਬਾਹਰਲੇ ਇਲੈਕਟ੍ਰੋਨ ਨਾਲ ਵੀ ਇੰਟਰੈਕਟ ਕਰਦਾ ਹੈ, ਇਹਦੇ ਨਿਊਕਲੀਅਸ ਨਾਲ ਵੀ, ਇਹਦਾ ਇਲੈਕਟ੍ਰੋਨ ਇਹਦੇ ਨਾਲ ਵੀ, ਇਹਦਾ ਨਿਊਕਲੀਅਸ ਨਾਲ ਵੀ ਇੰਟਰੈਕਟ ਕਰਦਾ ਹੈ, ਤਾਂ ਕ੍ਰਿਸਟਲ ਬਣਦਾ ਹੈ। ਹੁਣ ਜਦੋਂ ਕ੍ਰਿਸਟਲ ਬਣਦਾ ਹੈ, n ਐਟਮਸ ਨੇ ਜਿਹੜੇ ਸੋਡੀਅਮ ਦੇ, ਉਹ ਨੇੜੇ ਆ ਗਏ, ਕਮਸ ਕਲੋਜ਼, ਕਿੰਨਾ ਨੇੜੇ ਆ ਗਏ 2 to 3 ਐਂਗਸਟ੍ਰੋਮ। ਤਾਂ ਇਲੈਕਟ੍ਰੋਨਾਂ ਦੀਆਂ ਜਿਵੇਂ ਮੈਂ ਦੱਸਿਆ ਨਵੀਆਂ ਇੰਟਰੈਕਸ਼ਨ ਹੋ ਗਈਆਂ ਨੇਬਰਿੰਗ ਐਟਮ ਨਾਲ ਵੀ, ਵਿਦ ਮੋਲੀਕਿਊਲਸ ਆਫ ਦੀ ਨੇਬਰਿੰਗ ਐਟਮ ਨਾਲ ਵੀ। ਤਾਂ ਕ੍ਰਿਸਟਲ ਦੀ ਇੱਕ ਜਿਹੜੀ ਹੈਗੀ ਹੈ ਬਾਹਰਲੇ ਸ਼ੈਲਾਂ ਦੀ ਦੋ ਐਟਮਾਂ ਦੀ ਜਦੋਂ ਆਈਸੋਲੇਟਿਡ ਹੈ, ਉਹਨਾਂ ਦੀ ਇਸਦੀ એનર્ਜੀ ਇਹਦੀ ਬਾਹਰ એનર્ਜੀ ਸੇਮ ਹੈ, ਪਰ ਜਦੋਂ ਕ੍ਰਿਸਟਲ ਬਣ ਗਿਆ ਉਹਨਾਂ ਦੀ એનર્ਜੀ ਦੇ ਵਿੱਚ ਡਿਫਰੈਂਸ ਹੈ। in a crystal each atom has a unique position, each electron has a unique position, hence each electron has a unique interaction, hence each electron will have a different energy levels even they belong to same subshell of an isolated atom। ਜਿਵੇਂ ਮੈਂ ਤੁਹਾਨੂੰ ਦੱਸਿਆ ਸੋਡੀਅਮ ਦੇ ਕੇਸ ਦੇ ਵਿੱਚ ਜੇਕਰ ਤੁਸੀਂ ਸੋਡੀਅਮ ਦੇ ਦੋ ਐਟਮ ਲੈ ਲਓ ਤਾਂ ਇਹਦੇ ਬਾਹਰਲੇ ਸ਼ੈਲ ਜਿਹੜਾ ਇਲੈਕਟ੍ਰੋਨ ਹੈ ਤੇ ਦੂਜੇ ਦੇ ਬਾਹਰਲੇ ਸ਼ੈਲ ਜਿਹੜਾ ਇਲੈਕਟ੍ਰੋਨ ਦੀ એનર્ਜੀ ਸੇਮ ਹੈ, ਪਰ ਜੇ ਤੁਸੀਂ n ਐਟਮ ਨੇੜੇ ਲੈ ਕੇ ਆਓਗੇ ਤਾਂ ਇਹਦੀ ਜਿਹੜੀ ਬਾਹਰਲੇ ਸ਼ੈਲ ਦੀ એનર્ਜੀ ਹੈ ਦੂਜੇ ਦੇ ਜਿਹੜਾ ਇਲੈਕਟ੍ਰੋਨ ਹੈ ਬਾਹਰਲੇ ਸ਼ੈਲ 'ਚ ਉਹਦੀ એનર્ਜੀ ਸੇਮ ਨਹੀਂ ਹੋਏਗੀ, that will be slightly different, ਜਾਂ ਉਹ ਜ਼ਿਆਦਾ ਹੋਏਗੀ ਜਾਂ ਸਮਾਨ ਹੋਏਗੀ than the original energies of an isolated system। ਹੁਣ n ਐਟਮ ਜਦੋਂ ਨੇੜੇ ਲੈ ਕੇ ਆਏ ਤਾਂ ਇਹ n એનર્ਜੀ ਲੈਵਲ ਹੋ ਗਈ 10 ਦੀ ਪਾਵਰ 23 એનર્ਜੀ ਲੈਵਲ ਹੋ ਗਈ। ਜਦੋਂ 10 ਦੀ ਪਾਵਰ 23 ਲੈਵਲ એનર્ਜੀ ਲੈਵਲਸ ਕਲੋਜ਼ ਆਣਗੇ ਤਾਂ ਇਹਨਾਂ ਦੇ ਆਪਸ ਦੇ ਵਿੱਚ ਜਿਹੜਾ ਗੈਪ ਹੋਊਗਾ ਉਹ ਹੋਊਗਾ 10 ਦੀ ਪਾਵਰ -23 ਇਲੈਕਟ੍ਰੋਨ ਵੋਲਟ। ਠੀਕ ਹੈ ਜੀ। ਔਰ ਜਿਹੜੇ ਇਨਰ ਇਲੈਕਟ੍ਰੋਨ ਨੇ ਉਹਨਾਂ ਦੇ ਕੋਈ ਖਾਸ ਫਰਕ ਨਹੀਂ ਪਊਗਾ, ਕਿ 1s ਹੈ ਉਹ ਭਰਿਆ ਹੋਇਆ, ਜਿਹੜਾ ਹੁਣ ਇਲੈਕਟ੍ਰੋਨ ਹੈ ਉਹ ਅੰਦਰਲੇ ਸ਼ੈਲ ਦੇ ਉੱਤੇ ਬਹੁਤ ਘੱਟ ਪ੍ਰਭਾਵ ਪਾਵੇਗਾ। ਇਸ ਤਰ੍ਹਾਂ ਹੀ ਜਦੋਂ 2s ਦੀ ਵਾਰੀ ਆਊਗੀ ਤਾਂ ਇਹ ਵੀ ਐ 2s ਵੀ ਸਪਲਿਟ ਕਰ ਦੇਗਾ, ਪਰ ਇਹਨਾਂ ਦੇ ਉੱਤੇ ਕੋਈ ਜ਼ਿਆਦਾ ਇਫੈਕਟ ਨਹੀਂ। 2p ਤੇ ਥੋੜਾ ਜ਼ਿਆਦਾ ਇਫੈਕਟ ਹੋਊਗਾ, 1s ਤੇ ਬਹੁਤ ਘੱਟ ਹੋਊਗਾ, 2s ਤੇ ਥੋੜਾ ਹੋਰ ਜ਼ਿਆਦਾ ਹੋਊਗਾ, 2p ਤੇ ਥੋੜਾ ਹੋਰ ਜ਼ਿਆਦਾ ਹੋਊਗਾ, ਤੇ ਸਭ ਤੋਂ ਜ਼ਿਆਦਾ ਕਿਸ ਤੇ ਹੋਊਗਾ 3s ਤੇ ਹੋਊਗਾ। ਇਹ ਚ n ਐਟਮ ਜਦੋਂ ਨੇੜੇ ਲੈ ਕੇ ਆਵਾਂਗੇ ਤਾਂ ਉਹਨਾਂ ਦੇ ਵਿੱਚ 10 ਦੀ ਪਾਵਰ ਡਿਫਰੈਂਸ ਜਿਹੜਾ ਹੈਗਾ 10 ਦੀ ਪਾਵਰ -20 ਕੰਜ਼ੈਕਟਿਵ એનર્ਜੀ ਲੈਵਲ ਦੇ ਵਿੱਚ 10 ਦੀ ਪਾਵਰ -23 ਇਲੈਕਟ੍ਰੋਨ ਵੋਲਟ ਦਾ ਹੋਏਗਾ, and the electrons nearly remain unaffected, ਜਿਹੜੇ ਇਨਰ ਇਲੈਕਟ੍ਰੋਨ ਨੇ that remains unaffected by the neighboring atom। ਹੁਣ ਇੱਕ ਗੱਲ ਨੂੰ ਧਿਆਨ ਨਾਲ ਦੇਖੋ, ਸਪੋਜ਼ ਕਰ ਲਓ ਆਪਾਂ ਕਿਹਾ ਕਿ ਇਹ ਵਾਲਾ ਜਿਹੜਾ ਹੈਗਾ ਅੱਧਾ ਖਾਲੀ ਹੈ ਤੇ ਅੱਧਾ ਭਰਿਆ ਹੋਇਆ ਹੈ। ਹੁਣ ਜਿਸ ਲੈਵਲ ਤੱਕ ਇਲੈਕਟ੍ਰੋਨ ਭਰੇ ਹੋਏ ਨੇ ਉਹਨੂੰ ਕਹਿੰਦੇ ਆ ਵੈਲੈਂਸ ਬੈਂਡ, ਐਂਡ ਦਾ ਬੈਂਡ ਵਿਚ ਇਜ਼ ਜਸਟ ਅਬਵ ਦਾ ਵੈਲੈਂਸ ਬੈਂਡ ਇਹਨੂੰ ਕਹਿੰਦੇ ਆ ਕੰਡਕਸ਼ਨ ਬੈਂਡ CV। ਫਿਰ ਹੁਣ ਤੁਸੀਂ ਇੱਕ ਸਿਲੀਕਨ ਦੀ ਐਗਜ਼ਾਮਪਲ ਲੈ ਲਓ। ਸਿਲੀਕਨ ਦੇ ਕੇਸ ਦੇ ਵਿੱਚ ਤੁਸੀਂ ਦੇਖੋ 1s2 ਭਰਿਆ ਹੋਇਆ, 2s2 ਭਰਿਆ ਹੋਇਆ, 2p6 ਭਰਿਆ ਹੋਇਆ, 3s2 ਹੈ ਤੇ 3p2 ਹੈ। ਹੁਣ ਇਹਦੇ ਵਿੱਚ ਦੋ ਇਲੈਕਟ੍ਰੋਨ ਹੈ, ਇਹ ਚ 8 ਹੈ, ਇਸ ਚ ਕਿੰਨੇ 4। ਹੁਣ ਜਿਹੜੇ ਇਹਦੇ ਚ ਦੋ ਇਲੈਕਟ੍ਰੋਨਸ ਹੈ ਆ ਸਾਰਾ ਭਰਿਆ ਹੋਊਗਾ, ਠੀਕ ਹੈ। ਆ ਜਦੋਂ ਤੁਸੀਂ ਇਹਨਾਂ ਨੂੰ ਆਪਸ ਚ n ਐਟਮ ਨੇੜੇ, ਇਹ ਪਤਾ ਹੀ ਨਹੀਂ ਲੱਗਣਾ s ਵਾਲਾ ਕਿਹੜਾ ਸੀ, 3s ਵਾਲਾ ਕਿਹੜਾ ਤੇ 3p ਵਾਲਾ ਕਿਹੜਾ ਹੈ। ਜਿਹੜੇ 3s ਵਾਲੇ ਹੈ ਉਹਨਾਂ ਦੀ એનર્ਜੀ ਥੋੜੀ ਵਧੂਗੀ, 3p ਵਾਲਿਆਂ ਦੀ ਥੋੜੀ ਘਟੂਗੀ, ਦੋਨੇ ਆਪਸ ਚ ਇੰਟਰਮਿਕਸ ਕਰ ਜਾਣਗੇ ਤੇ ਜਿੱਥੇ ਪੂਰਾ ਫੀਲਡ ਨਜ਼ਰ ਆਊਗਾ ਉਹ ਜਿਹੜਾ ਹੈਗਾ ਸਾਡੇ ਕੋਲੇ ਵੈਲੈਂਸ ਬੈਂਡ ਹੋਊਗਾ। ਆ ਜਿਹੜਾ ਐਮਪਟੀ ਨਜ਼ਰ ਆ ਰਿਹਾ ਹੈ ਇਹ ਕੰਡਕਸ਼ਨ ਬੈਂਡ ਹੋਊਗਾ, ਔਰ ਵੈਲੈਂਸ ਬੈਂਡ ਤੇ ਕੰਡਕਸ਼ਨ ਬੈਂਡ ਦੇ ਜਿਹੜਾ ਡਿਫਰੈਂਸ ਹੋਊਗਾ ਉਹਨੂੰ ਅਸੀਂ ਕਹਾਂਗੇ એનર્ਜੀ ਗੈਪ, ਜਾਂ ਕਈ ਕਿਤਾਬਾਂ ਨੇ ਲਿਖਿਆ FEG, ਫੋਰਬਿਡਨ એનર્ਜੀ ਗੈਪ। ਸੋ ਰੇਂਜ ਆਫ ਦੀ એનર્जीज possessed by the valence electron by the valence electron in a crystal contains valence electrons. Their valence electrons don't participate in conductivity. When based on the valence band called conduction band, range of the energy possessed by free electron in a crystal, electron may or may not exist in the, ਜਦੋਂ ਇਹਨਾਂ ਨੂੰ ਅਸੀਂ એનર્ਜੀ ਸਪਲਾਈ ਕਰਦੇ ਹਾਂ ਇੱਕ ਕੰਡਕਸ਼ਨ ਬੈਂਡ ਚਲੇ ਜਾਂਦੇ ਆ, ਇਲੈਕਟ੍ਰੋਨ ਇਨ ਦੀ ਵੈਲੈਂਸ ਬੈਂਡ ਗੇਨ ਦਾ એનર્ਜੀ ਜੰਪ ਟੂ ਕੰਡਕਸ਼ਨ ਬੈਂਡ ਕੈਨ ਨਾਟ ਬੀ ਫਾਊਂਡ ਬਿਟਵੀਨ ਦੀ ਇਸ ਦੇ ਵਿਚਕਾਰ ਜਿਹੜਾ એનર્ਜੀ ਗੈਪ ਹੈ ਇੱਥੇ ਕੋਈ ਇਲੈਕਟ੍ਰੋਨ ਨਹੀਂ ਹੁੰਦਾ। some energy level between valence band and conduction band are forbidden for electron। ਇਹਦੇ ਮਤਲਬ ਕਿ forbidden means restricted, ਔਰ ਇਹ ਜਿਹੜਾ એનર્ਜੀ ਲੈਵਲ ਹੈ ਉਸ ਨੂੰ ਅਸੀਂ ਕਹਾਂਗੇ forbidden energy gap ਹੈ। ਹੁਣ ਹਾਈਐਸਟ ਲੈਵਲ ਕਿਹਦਾ ਵੈਲੈਂਸ ਬੈਂਡ ਦਾ, ਔਰ ਲੋਐਸਟ ਲੈਵਲ ਕਿਹਦਾ ਕੰਡਕਸ਼ਨ ਬੈਂਡ ਦਾ।
ਉਹਨੂੰ ਅਸੀਂ એનર્ਜੀ ਗੈਪ ਕਹਿੰਦੇ ਆ। ਹੁਣ ਸਾਡਾ ਟੌਪਿਕ ਹੈ ਡਿਫਰੈਂਸ਼ੀਏਟ ਬਿਟਵੀਨ conductor, insulators and semiconductor on the basis of band gap theory. Differentiate between conductors, semiconductors and insulators on the basis of band gap theory. Band gap theory. पहला लिखो कंडक्टर्स, फिर लिखो सेमी कंडक्टर्स, फिर लिखो इंसुलेटर्स। इस की हुंदा है आइदर द वैलेंस बैंड ओवरलैप्स द कंडक्शन बैंड, आइदर वैलेंस बैंड ओवरलैप्स कंडक्शन बैंड, overlaps conduction band, or conduction band is partially filled जिन्हें आप हमने देखा as in the case of sodium or zinc। ਇਹਦੇ ਚ ਜਿਹੜਾ એનર્ਜੀ ਗੈਪ ਹੈਗਾ ਉਹ ਨੀਅਰਲੀ ਇਕੁਅਲ ਟੂ 0 ਇਲੈਕਟ੍ਰੋਨ ਵੋਲਟ ਦੇ ਬਰਾਬਰ ਹੁੰਦਾ ਹੈ। ਸੈਮੀਕੰਡਕਟਰ ਚ ਕੀ ਹੁੰਦਾ ਹੈ, ਹੁਣ ਇਹ ਆ ਸਾਡਾ ਵੈਲੈਂਸ ਬੈਂਡ ਹੋਊਗਾ, ਆ ਸਾਡਾ ਕੰਡਕਸ਼ਨ ਬੈਂਡ ਹੋਇਆ ਕਰੂਗਾ, ਆ ਸਾਡਾ એનર્ਜੀ ਗੈਪ ਹੋਇਆ ਕਰੂਗਾ, ਔਰ ਅਗਰ ਤੁਹਾਡਾ એનર્ਜੀ ਗੈਪ 1.1 ਇਲੈਕਟ੍ਰੋਨ ਵੋਲਟ ਹੋਊਗਾ ਤਾਂ ਸਾਡਾ ਸੈਮੀਕੰਡਕਟਰ ਹੈ ਜਾਂ 0.7 ਇਲੈਕਟ੍ਰੋਨ ਵੋਲਟ। ਐਜ਼ ਇਨ ਦੀ ਕੇਸ ਆਫ ਸਿਲੀਕਨ ਚ ਹੈਗਾ 1.1 ਇਲੈਕਟ੍ਰੋਨ ਵੋਲਟ, ਜਰਮੇਨੀਅਮ ਦੇ ਕੇਸ ਚ ਹੈਗਾ 0.7 ਇਲੈਕਟ੍ਰੋਨ ਵੋਲਟ। ਇਲੈਕਟ੍ਰੋਨ find easy to jump from valence band to conduction band, ਤੇ ਇਹ ਹੈਗਾ ਸਾਡੇ ਸੈਮੀਕੰਡਕਟਰ। ਇਨਸੂਲੇਟਰ ਚ ਕੀ ਹੁੰਦਾ ਹੈ, ਆ ਸਾਡਾ ਵੈਲੈਂਸ ਬੈਂਡ ਹੈ, ਆ ਸਾਡਾ ਕੰਡਕਸ਼ਨ ਬੈਂਡ ਹੈ, एनर्जी गैप बहुत ज्यादा है, एनर्जी गैप इज ग्रेटर देन 6 इलेक्ट्रॉन वोल्ट, 3 इलेक्ट्रॉन वोल्ट। इट इज वेरी डिफिकल्ट फॉर इलेक्ट्रॉन्स, very difficult for electrons to jump from valence band to conduction band, very difficult for electrons to jump from valence band to conduction band। में कार्बन in diamond form example है, diamond form example। So electron find very difficult to jump from valence band to conduction band, so they are called insulators। ਇੱਥੇ ਕੀ ਹੈ, ਬਹੁਤ ਥੋੜੀ ਜਿਹੀ એનર્ਜੀ ਚਾਹੀਦੀ ਹੈ, ਇਲੈਕਟ੍ਰੋਨ ਜੰਪ ਕਰ ਜਾਂਦੇ ਆ, so they are called semiconductors। ਤੇ ਇਸ ਕੰਡਕਟਰ ਚ ਕੀ ਹੁੰਦਾ, ਜਾਂ ਤਾਂ ਉਹਨਾਂ ਦੇ ਆਪਸ ਚ ਮਰਜਿੰਗ ਹੋਈ ਵੀ ਹੁੰਦੀ ਹੈ ਵੈਲੈਂਸ ਬੈਂਡ ਤੇ ਕੰਡਕਸ਼ਨ ਬੈਂਡ ਦੀ, ਜਾਂ ਉਹ ਪਾਰਸ਼ਲੀ ਫਿਲਡ ਹੁੰਦਾ। ਠੀਕ ਹੈ ਜੀ, ਇਹ ਸੀ ਸਾਡੇ ਕੰਡਕਟਰ, ਸੈਮੀਕੰਡਕਟਰ ਤੇ ਇਨਸੂਲੇਟਰਸ। ਹੁਣ ਆਪਾਂ ਪੜ੍ਹ ਤਾਂ ਰਹੇ ਹਾਂ ਸੈਮੀਕੰਡਕਟਰ ਐਲੀਮੈਂਟਲ ਫਾਰਮ ਦੇ ਵਿੱਚ ਕਿਹੜੇ ਕਿਹੜੇ ਆ, ਐਲੀਮੈਂਟਲ ਫਾਰਮ, ਇਹਨਾਂ ਦੀ ਬੜੀਆਂ ਕੈਟਾਗਰੀਆਂ। ਫਿਰ ਹੈਗੀ ਕੰਪਾਊਂਡ ਫਾਰਮ, ਫਿਰ ਹੈਗੇ ਨੇ ਆਰਗੈਨਿਕ ਫਾਰਮ। ਐਲੀਮੈਂਟਲ ਫਾਰਮ ਦੇ ਵਿੱਚ ਤਾਂ ਜਿਵੇਂ ਦੇਖੋ ਸਿਲੀਕਨ ਹੈਗਾ, ਜਰਮੇਨੀਅਮ ਹੈ, ਇਹ ਐਗਜ਼ਾਮਪਲ ਆ ਐਲੀਮੈਂਟਸ ਦੇ ਫਾਰਮ ਦੇ ਵਿੱਚ। ਇਹਦੇ ਚ ਕੀ ਹੈ, ਜਿਵੇਂ ਗੈਲੀਅਮ ਨਾਈਟ੍ਰਾਈਡ, ਗੈਲੀਅਮ ਫਾਸਫਾਈਡ, ਇੰਡੀਅਮ ਫਾਸਫਾਈਡ, ਇਹ ਐਗਜ਼ਾਮਪਲ ਆ। ਆਰਗੈਨਿਕ ਕਿਹੜੇ ਕੋਈ, ਜਿਵੇਂ ਪੋਲੀਐਨੀਲੀਨ, ਐਂਥਰਾਸੀਨ, ANTH, ਇਹ ਆਰਗੈਨਿਕ ਸੈਮੀਕੰਡਕਟਰਸ ਨੇ। ਇਹ ਕੰਪਾਊਂਡ ਦੀ ਫਾਰਮ ਦੇ ਵਿੱਚ ਨੇ, ਗੈਲੀਅਮ ਨਾਈਟ੍ਰਾਈਡ, ਇੰਡੀਅਮ ਫਾਸਫਾਈਡ। ਇਹ ਐਲੀਮੈਂਟ ਫਾਰਮ ਦੇ ਵਿੱਚ ਹੈ, ਇਹ ਕੰਪਾਊਂਡ ਸਿਲੀਕਨ ਤੇ ਜਰਮੇਨੀਅਮ। ਠੀਕ ਹੈ ਜੀ, ਇਹ ਅਸੀਂ ਅੱਜ ਕੀ ਪੜਿਆ, એનર્ਜੀ ਬੈਂਡਸ ਇਨ ਸੋਲਿਡਸ। ਤੇ ਦੂਜੀ ਗੱਲ ਅੱਜ ਆਪਾਂ ਕੀ ਪੜ੍ਹੀ ਹੈ, differentiate between conductors, semiconductors and insulator on the basis of band gap theory। ਇਹ ਸਾਡਾ ਅੱਜ ਦਾ ਟੌਪਿਕ ਸੀਗਾ, ਕੱਲ ਨੂੰ ਆਪਾਂ ਇਸ ਤੋਂ ਅੱਗੇ ਚੱਲਾਂਗੇ।